ਓਮ ਸ਼ਾਂਤੀ। ਅੱਜ 27/9/2023 ਦੀ ਬਾਣੀ ਹੈ। ਬਾਬਾ ਆਖਦੇ ਨੇ, ਮਿੱਠੇ ਬੱਚੇ, ਕਾਲਾਂ ਦਾ ਕਾਲ ਆਇਆ ਹੈ, ਸਭ ਨੂੰ ਵਾਪਿਸ ਲੈ ਜਾਣ। ਇਸ ਲਈ ਯਾਦ ਨਾਲ ਵੀ ਕਰਮਾਂ ਦਾ ਬੋਝਾ ਖਤਮ ਕਰੋ, ਆਪਣੀ ਦੇਹ ਤੋਂ ਮੋਹ ਨਿਕਾਲ ਦਵੋ। ਅੱਜ ਬਾਬਾ ਨੇ ਆਪਣੇ ਬੱਚਿਆਂ ਨੂੰ ਪ੍ਰਸ਼ਨ ਪੁੱਛਿਆ, ਭਗਤਾਂ ਦੀ ਕਿਹੜੀ ਪੁਕਾਰ ਜਦੋਂ ਬਾਪ ਸੁਣ ਲੈਂਦੇ ਹੈ ਤਾਂ ਭਗਤ ਖੁਸ਼ ਹੋਣ ਦੀ ਬਜਾਏ ਦੁਖੀ ਹੋਣ ਲੱਗਦੇ ਹੈ। ਅੱਜ ਬਾਬਾ ਦਾ ਉੱਤਰ ਹੈ, ਭਗਤਾਂ ਤੇ ਜਦੋਂ ਦੁੱਖ ਆਉਂਦਾ ਹੈ ਤਾਂ ਕਹਿੰਦੇ ਹੈ, ਹੇ ਭਗਵਾਨ, ਮੈਨੂੰ ਇਸ ਦੁੱਖ ਦੀ ਦੁਨੀਆ ਤੋਂ ਲੈ ਚੱਲੋ, ਮੇਰੀ ਇਸ ਪਾਤਿਤ ਦੁਨੀਆ ਵਿੱਚ ਲੋੜ ਨਹੀਂ। ਲੇਕਿਨ ਜਦੋਂ ਬਾਪ ਪੁਕਾਰ ਸੁਣ ਕੇ ਲੈ ਜਾਣ ਦੇ ਲਈ ਆਉਂਦੇ ਹੈ ਤਾਂ ਰੋਂਦੇ ਹੈ। ਡਾਕਟਰ ਨੂੰ ਕਹਿੰਦੇ ਹੈ, ਅਜਿਹੀ ਦਵਾਈ ਦਿਓ ਜੋ ਅਸੀਂ ਤੰਦਰੁਸਤ ਹੋ ਜਾਈਏ। ਗੀਤ ਹੈ ਅੱਜ ਦਾ। ਦੂਰ ਦੇਸ਼ ਦੇ ਰਹਿਣੇ ਵਾਲਾ ਆਇਆ ਦੇਸ਼ ਪਰ ਆਏ। ਓਮ ਸ਼ਾਂਤੀ। ਦੂਰ ਦੇਸ਼ ਵਿੱਚ ਬਾਪ ਵੀ ਰਹਿੰਦੇ ਹੈ ਅਤੇ ਤੁਸੀਂ ਬੱਚੇ ਵੀ ਰਹਿੰਦੇ ਹੈ। ਹੁਣ ਇਹ ਬਾਪ ਇੱਥੇ ਕਿਉਂ ਆਇਆ ਹੈ? ਬਾਪ ਨੂੰ ਕਿਉਂ ਯਾਦ ਕਰਦੇ ਹੈ? ਹੇ ਭਗਵਾਨ, ਆਓ, ਆ ਕੇ ਸਾਨੂੰ ਵਾਪਿਸ ਲੈ ਜਾਓ। ਇਹ ਆਤਮਾ ਕਹਿੰਦੀ ਹੈ, ਆਪਣੇ ਘਰ ਮੁਕਤੀ ਧਾਮ ਲੈ ਜਾਓ। ਇਹ ਤਾਂ ਜਿਵੇਂ ਕਾਲਾਂ ਦਾ ਕਾਲ ਨੂੰ ਬੁਲਾਉਂਦੇ ਹੈ। ਭਗਤੀ ਮਾਰਗ ਵਿੱਚ ਸਮਝ ਨਹੀਂ ਹੈ ਅਸੀਂ ਕਿਸ ਨੂੰ ਪੁਕਾਰਦੇ ਹਾਂ ਕਿ ਸਾਨੂੰ ਇਸ ਪਾਤਿਤ ਦੁਨੀਆ ਤੇ ਸੰਬੰਧ ਤੋਂ ਛੁਡਾ ਕੇ ਨਾਲ ਲੈ ਚੱਲੋ। ਸਾਨੂੰ ਇੱਥੇ ਰਹਿਣ ਦੀ ਲੋੜ ਨਹੀਂ ਹੈ। ਅਤੇ ਫਿਰ ਕਿਸੇ ਦੀ ਆਤਮਾ ਜਦੋਂ ਸਰੀਰ ਛੱਡਦੀ ਹੈ ਤਾਂ ਕਿੰਨੇ ਦੁਖੀ ਹੁੰਦੇ ਹੈ, ਰੋਂਦੇ ਪਿੱਟਦੇ ਹੈ, ਇੱਕ ਪਾਸੇ ਤੇ ਬੁਲਾਉਂਦੇ ਹੈ, ਬਾਬਾ ਆ ਕੇ ਸਾਨੂੰ ਇੱਥੋਂ ਲੈ ਜਾਵੋ, ਇਸ ਸਰੀਰ ਤੋਂ ਮੁਕਤ ਕਰੋ। ਪਰੰਤੂ ਜਦੋਂ ਮੁਕਤ ਕਰਦੇ ਹੈ ਤਾਂ ਰੋਂਦੇ ਚਲਾਉਂਦੇ ਹੈ, ਭਗਤੀ ਮਾਰਗ ਵਿੱਚ ਪੁਕਾਰਦੇ ਹੈ, ਪਰੰਤੂ ਸਮਝਦੇ ਨਹੀਂ ਹੈ। ਸਵਿਤਰੀ ਸਤਿਆਵਾਨ ਦੀ ਕਹਾਣੀ ਹੈ। ਉਹ ਤਾਂ ਇੱਕ ਦੀ ਆਤਮਾ ਨੂੰ ਲੈ ਜਾ ਰਹੇ ਹੈ, ਪਰੰਤੂ ਸਵਿਤਰੀ ਲੈ ਕੇ ਨਹੀਂ ਜਾਣ ਦੇ ਰਹੀ ਸੀ। ਮਨੁੱਖ ਜਦੋਂ ਸਰੀਰ ਛੱਡਦੇ ਹੈ ਤਾਂ ਸਰੀਰ ਵਿੱਚ ਮੋਹ ਹੋਣ ਦੇ ਕਾਰਨ ਆਤਮਾ ਛੱਡਣਾ ਨਹੀਂ ਚਾਹੁੰਦੀ। ਡਾਕਟਰ ਨੂੰ ਕਹਿੰਦੇ ਹੈ, ਅਜਿਹੀ ਦਵਾਈ ਦਿਓ ਜੋ ਅਸੀਂ ਤੰਦਰੁਸਤ ਹੋ ਜਾਈਏ। ਸਰੀਰ ਨੂੰ ਅਸੀਂ ਛੱਡਣਾ ਨਹੀਂ ਚਾਹੁੰਦੇ। ਨਾਲ ਹੀ ਫਿਰ ਕਹਿੰਦੇ, ਭਗਵਾਨ ਆਵੋ, ਆ ਕੇ ਸਾਨੂੰ ਨਾਲ ਲੈ ਜਾਵੋ। ਵੰਡਰਫੁੱਲ ਗੱਲ ਹੈ ਨਾ। ਹੁਣ ਤੁਸੀਂ ਖੁਸ਼ੀ ਨਾਲ ਚੱਲਦੇ ਹੈ। ਮਨੁੱਖਾਂ ਦਾ ਤੇ ਦੁਨੀਆ ਵਿੱਚ ਮਿੱਤਰ ਸੰਬੰਧੀਆਂ ਆਦਿ ਵਿੱਚ ਮੋਹ ਹੈ। ਹੁਣ ਪੁੱਛਦੇ ਹੈ ਕਿ ਤੁਹਾਨੂੰ ਮਿੱਤਰ ਸੰਬੰਧੀਆਂ ਆਦਿ ਤੋਂ ਛੁਡਾਵਾਂ, ਲੈ ਤੇ ਜਾਵਾਂ। ਫਿਰ ਤੁਸੀਂ ਇਹਨਾਂ ਸੰਬੰਧੀਆਂ ਦੀ ਯਾਦ ਛੱਡੋ। ਅੰਤਕਾਲ ਜੇਕਰ ਬੱਚਿਆਂ ਆਦਿ ਨੂੰ ਸਿਮਰੋਗੇ ਤਾਂ ਫਿਰ ਅਜਿਹਾ ਜਨਮ ਮਿਲ ਜਾਵੇਗਾ। ਬਾਬਾ ਕਹਿੰਦੇ ਹੈ, ਤੁਸੀਂ ਆਤਮਾਵਾਂ ਨੂੰ ਇਸ ਸਰੀਰ ਤੋਂ ਵੱਖ ਕਰਕੇ ਮੈਂ ਲੈ ਜਾਵਾਂਗਾ। ਫਿਰ ਤੁਹਾਨੂੰ ਮਿੱਤਰ ਸੰਬੰਧੀਆਂ ਆਦਿ ਦੀ ਯਾਦ ਤੇ ਨਹੀਂ ਆਵੇਗੀ। ਪਛਾੜੀ ਵਿੱਚ ਇੱਕ ਬਾਪ ਨੂੰ ਹੀ ਯਾਦ ਕਰਨਾ ਹੈ। ਪੁਨਰ ਜਨਮ ਵਿੱਚ ਤੇ ਫਿਰ ਇੱਥੇ ਆਉਣਾ ਨਹੀਂ ਹੈ। ਇਸ ਲਈ ਦੇਹ ਸਹਿਤ ਸਭ ਨੂੰ ਭੁੱਲਦੇ ਜਾਓ। ਮੈਨੂੰ ਇੱਕ ਬਾਪ ਨੂੰ ਯਾਦ ਕਰੋ। ਜਦੋਂ ਤੱਕ ਤੁਸੀਂ ਪਵਿੱਤਰ ਨਹੀਂ ਬਣੋਗੇ ਉਦੋਂ ਤੱਕ ਤੁਹਾਨੂੰ ਲੈ ਕੇ ਨਹੀਂ ਜਾ ਸਕਦਾ ਹਾਂ। ਹੁਣ ਮੈਂ ਤੁਹਾਨੂੰ ਆਤਮਾਵਾਂ ਨੂੰ ਲੈ ਆਇਆ ਹਾਂ, ਪਰੰਤੂ ਤੁਹਾਡੇ ਉੱਪਰ ਵੀ ਕਰਮਾਂ ਦਾ ਬਹੁਤ ਬੋਝਾ ਹੈ। ਇਹ ਆਤਮਾਵਾਂ ਨਾਲ ਗੱਲ ਕਰ ਰਹੇ ਹੈ। ਬਾਪ ਪਰਮ ਧਾਮ ਤੋਂ ਆਏ ਹੈ, ਪਰਾਏ ਦੇਸ਼ ਵਿੱਚ। ਆਪਣਾ ਦੇਸ਼ ਸਵਰਗ ਜੋ ਸਥਾਪਨ ਕਰਦੇ ਹੈ ਉਸ ਵਿੱਚ ਤੇ ਉਹਨਾਂ ਨੂੰ ਆਉਣਾ ਨਹੀਂ ਹੈ। ਇੱਥੇ ਤੁਸੀਂ ਦੁਖੀ ਹੋ ਕੇ ਬੁਲਾਉਂਦੇ ਹੋ। ਮੈਨੂੰ ਤਾਂ ਇੱਕ ਹੀ ਸਮੇਂ ਆ ਕੇ ਸਭ ਆਤਮਾਵਾਂ ਨੂੰ ਵਾਪਿਸ ਲੈ ਜਾਣਾ ਹੈ। ਭਾਵੇਂ ਖੁਸ਼ੀ ਨਾਲ ਚੱਲੋ, ਭਾਵੇਂ ਨਾਰਾਜ਼ਗੀ ਨਾਲ ਚੱਲੋ, ਚੱਲਣਾ ਜ਼ਰੂਰ ਹੈ। ਬੇਹੱਦ ਦਾ ਬਾਪ ਕਾਲਾਂ ਦਾ ਕਾਲ ਆਤਮਾਵਾਂ ਨੂੰ ਵਾਪਿਸ ਲੈ ਜਾਂਦੇ ਹੈ। ਗੋਇਆ ਸਭ ਮਨੁੱਖਾਂ ਦਾ ਵਿਨਾਸ਼ ਕਰਨ ਆਉਂਦੇ ਹੈ। ਪਤੀ ਪਤਨੀ ਹੁੰਦੇ ਹੈ। ਪਤਨੀ ਦਾ ਪਤੀ ਮਰ ਜਾਵੇ ਤਾਂ ਕਿੰਨਾ ਰੋਂਦੀ ਹੈ। ਹੁਣ ਕਹਿੰਦੇ ਹੈ, ਸਾਨੂੰ ਲੈ ਚੱਲੋ, ਸਾਨੂੰ ਕੁਝ ਨਹੀਂ ਚਾਹੀਦਾ। ਲੇਕਿਨ ਤੁਸੀਂ ਪਤਿਤਾਂ ਨੂੰ ਲੈ ਨਹੀਂ ਜਾ ਸਕਦੇ। ਇਸ ਲਈ ਪਾਵਨ ਬਣਾਉਣਾ ਆਇਆ ਹਾਂ। ਪਾਵਨ ਤਾਂ ਬਣੋਗੇ ਜੇਕਰ ਆਪਣੇ ਨੂੰ ਆਸ਼ਰੀਰੀ ਸਮਝੋਗੇ, ਦੇਹ ਸਹਿਤ ਦੇਹ ਦੇ ਸਭ ਸੰਬੰਧ ਭੁੱਲੋਗੇ। ਮੈਨੂੰ ਇੱਕ ਬਾਪ ਨੂੰ ਯਾਦ ਕਰੋਗੇ ਤਾਂ ਤੁਹਾਡੇ ਵਿਕਰਮ ਵਿਨਾਸ਼ ਹੋਣਗੇ। ਜੁਗਤੀ ਤਾਂ ਬਹੁਤ ਵਧੀਆ ਦੱਸਦੇ ਹੈ। ਕਲਪ ਕਲਪ ਤੁਸੀਂ ਜਾਣਦੇ ਹੋ ਇਹ ਸਭ ਸਰੀਰ ਖਾਕ ਹੋ ਜਾਏਗਾ। ਹੋਲਿਕਾ ਹੁੰਦੀ ਹੈ ਤਾਂ ਉਸ ਵਿੱਚ ਧਾਗਾ ਸੜਦਾ ਨਹੀਂ ਹੈ, ਤਾਂ ਆਤਮਾ ਵੀ ਸੜਦੀ ਨਹੀਂ। ਬਾਕੀ ਇਹ ਭੰਬੋਰ ਨੂੰ ਅੱਗ ਲੱਗਣੀ ਹੈ, ਸਾਰੇ ਸਰੀਰ ਸੜ ਕੇ ਸਵਾਹਾ ਹੋ ਜਾਣਗੇ। ਆਤਮਾਵਾਂ ਨੂੰ ਸ਼ੁੱਧ ਬਣਨ ਦੇ ਲਈ ਨਿਰੰਤਰ ਦੇਹੀ ਅਭਿਮਾਨੀ ਬਣਨ ਦਾ ਪੁਰਸ਼ਾਰਥ ਕਰਨਾ ਹੈ।
ਦੇਹ ਹੁੰਦੇ ਵੀ ਆਪਣੇ ਨੂੰ ਆਤਮਾ ਸਮਝ ਬਾਪ ਦੇ ਨਾਲ ਯੋਗ ਲਗਾਉਣਾ ਹੈ। ਜਿਵੇਂ ਸੰਨਿਆਸੀ ਲੋਕ ਬ੍ਰਹਮ ਅਤੇ ਤੱਤਵ ਨਾਲ ਯੋਗ ਲਗਾਉਂਦੇ ਹੈ, ਕਹਿੰਦੇ ਹੈ ਅਸੀਂ ਤੱਤਵ ਵਿੱਚ ਲੀਨ ਹੋ ਜਾਵਾਂਗੇ, ਤੱਤਵ ਨਾਲ ਬੁੱਧੀ ਯੋਗ ਲੱਗ ਜਾਂਦਾ ਹੈ। ਇਵੇਂ ਨਹੀਂ ਕਿ ਸਰੀਰ ਛੱਡ ਦਿੰਦੇ ਹੈ, ਸਮਝਦੇ ਹੈ ਤੱਤਵ ਨਾਲ ਅਤੇ ਬ੍ਰਹਮ ਦੇ ਨਾਲ ਅਸੀਂ ਯੋਗ ਲਗਾਉਂਦੇ ਬ੍ਰਹਮ ਵਿੱਚ ਲੀਨ ਹੋ ਜਾਵਾਂਗੇ। ਇਸ ਲਈ ਅਸੀਂ ਉਹਨਾਂ ਨੂੰ ਬ੍ਰਹਮ ਗਿਆਨੀ, ਤੱਤਵ ਗਿਆਨੀ ਕਹਿੰਦੇ ਹਾਂ। ਤੱਤਵ ਦਾ ਗਿਆਨ ਹੈ, ਤੁਹਾਨੂੰ ਗਿਆਨ ਹੈ ਅਸੀਂ ਆਤਮਾਵਾਂ ਤੱਤਵ ਵਿੱਚ ਰਹਿੰਦੀਆਂ ਹਾਂ। ਉਹ ਸਮਝਦੇ ਹੈ ਅਸੀਂ ਉਸ ਤੱਤਵ ਵਿੱਚ ਲੀਨ ਹੋ ਜਾਵਾਂਗੇ। ਜੇਕਰ ਕਹਿਣ ਅਸੀਂ ਜਾ ਕੇ ਉੱਥੇ ਰਹਾਂਗੇ ਤਾਂ ਵੀ ਠੀਕ ਹੈ। ਆਤਮਾ ਲੀਨ ਤੇ ਹੁੰਦੀ ਨਹੀਂ ਹੈ। ਬੁੱਧੇ ਦਾ ਮਿਸਾਲ ਦਿੰਦੇ ਹੈ, ਪਰ ਉਹ ਤੇ ਰੋਂਗ ਹੈ। ਜੋਤੀ ਵਿੱਚ ਲੀਨ ਹੋਣ ਦੀ ਗੱਲ ਹੀ ਨਹੀਂ। ਅਵਿਨਾਸ਼ੀ ਆਤਮਾ ਵਿੱਚ ਸਾਰਾ ਪਾਠ ਭਰਿਆ ਹੋਇਆ ਹੈ ਜੋ ਕਦੇ ਵਿਨਾਸ਼ ਹੋ ਨਹੀਂ ਸਕਦਾ। ਸੰਨਿਆਸੀ ਵਿਕਾਰਾਂ ਦਾ ਸੰਨਿਆਸ ਕਰਦੇ ਹੈ, ਬਾਕੀ ਵਾਪਿਸ ਤੇ ਕੋਈ ਜਾਂਦਾ ਨਹੀਂ। ਇੱਥੇ ਵੀ ਪੁਨਰ ਜਨਮ ਲੈਂਦੇ ਰਹਿੰਦੇ ਹੈ, ਵਾਧਾ ਹੁੰਦਾ ਜਾਂਦਾ ਹੈ। ਸਭ ਨੂੰ ਸਤੋ ਰਜੋ ਤਮੋ ਤੋਂ ਪਾਸ ਹੋਣਾ ਹੀ ਹੈ। ਡਰਾਮੇ ਵਿੱਚ ਇਹ ਸਭ ਨੂੰਦ ਹੈ। ਹੁਣ ਤਾਂ ਵੇਖੋ ਬਿਮਾਰੀਆਂ ਵੀ ਕਿੰਨੇ ਕਿਸਮ ਦੀਆਂ ਨਿਕਲੀਆਂ ਹੈ, ਪਹਿਲੇ ਇੰਨੀਆਂ ਨਹੀਂ ਸੀ। ਡਰਾਮੇ ਵਿੱਚ ਇਹ ਸਾਰੀ ਨੂੰਦ ਹੈ। ਤੁਸੀਂ ਬੱਚੇ ਜਾਣਦੇ ਹੋ ਬਾਬਾ ਆਇਆ ਹੀ ਹੈ ਸਭ ਆਤਮਾਵਾਂ ਨੂੰ ਵਾਪਿਸ ਲੈ ਜਾਣ। ਕਹਿੰਦੇ ਹੈ ਬਾਬਾ ਸਾਨੂੰ ਵਾਪਿਸ ਲੈ ਚੱਲੋ, ਮੁਕਤੀ ਜੀਵਨ ਮੁਕਤੀ ਦਾ ਸਭ ਨੂੰ ਮਿਲਣੀ ਹੈ। ਪਰੰਤੂ ਸਭ ਸਤਜੁਗ ਵਿੱਚ ਤੇ ਨਹੀਂ ਆ ਸਕਦੇ। ਜੋ ਜਿਸ ਸਮੇਂ ਆਉਂਦੇ ਹੈ ਉਸ ਵੇਲੇ ਉਸ ਧਰਮ ਵਿੱਚ ਹੀ ਫਿਰ ਆਉਣਾ ਪਵੇਗਾ। ਤੁਸੀਂ ਜਾਣਦੇ ਹੋ ਫਲਾਣੇ ਧਰਮ ਫਲਾਣੇ ਟਾਈਮ ਤੇ ਆਉਂਦੇ ਹੈ। ਬਾਬਾ ਵੀ ਕਲਪ ਪਹਿਲੇ ਮੁਆਫਿਕ ਆਇਆ ਹੋਇਆ ਹੈ। ਇੰਨੀਆਂ ਸਭ ਆਤਮਾਵਾਂ ਨੂੰ ਵਾਪਿਸ ਲੈ ਜਾਣਗੇ। ਇਸ ਧਰਨੀ ਨੂੰ ਕਿੰਨੀ ਖਾਦ ਮਿਲਦੀ ਹੈ। ਨਵੀਂ ਦੁਨੀਆ ਨੂੰ ਵੀ ਖਾਦ ਚਾਹੀਦੀ ਹੈ ਨਾ, ਤਾਂ ਸਭ ਮਨੁੱਖ ਜਾਨਵਰ ਆਦਿ ਖਤਮ ਹੋ ਖਾਦ ਬਣ ਜਾਣਗੇ। ਫਿਰ ਸਤਜੁਗ ਵਿੱਚ ਕਿੰਨਾ ਚੰਗਾ ਫਲ ਦਿੰਦੇ ਹੈ, ਜੋ ਤੁਸੀਂ ਬੱਚਿਆਂ ਨੇ ਸਾਖਸ਼ਾਤਕਾਰ ਵੀ ਕੀਤਾ ਹੈ। ਤੁਸੀਂ ਬੱਚੇ ਜਾਣਦੇ ਹੋ ਬਾਬਾ ਕਾਲਾਂ ਦਾ ਕਾਲ ਹੈ। ਸਭ ਕਹਿੰਦੇ ਹੈ ਬਾਬਾ ਅਸੀਂ ਖੁਸ਼ੀ ਨਾਲ ਤੁਹਾਡੇ ਨਾਲ ਚੱਲਦੇ ਹਾਂ, ਸਾਨੂੰ ਲੈ ਚੱਲੋ। ਸਾਨੂੰ ਇੱਥੇ ਬਹੁਤ ਦੁੱਖ ਹੈ, ਇਹ ਹੈ ਹੀ ਦੁੱਖ ਦੇਣ ਵਾਲੀ ਦੁਨੀਆ। ਦੁੱਖ ਤਾਂ ਵਿੱਚ ਇੱਕ ਦੋ ਨੂੰ ਦੁੱਖ ਦਿੰਦੇ ਰਹਿੰਦੇ ਹੈ, ਅਪਾਰ ਦੁੱਖ ਹੈ। ਹੁਣ ਤੁਹਾਨੂੰ ਸੁੱਖ ਵਿੱਚ ਲੈ ਕੇ ਜਾਣ ਲਈ ਆਇਆ ਹਾਂ। ਹੁਣ ਇੱਕ ਨੂੰ ਯਾਦ ਕਰੋਗੇ ਤਾਂ ਵਰਸਾ ਪਾ ਸਕੋਗੇ, ਨਹੀਂ ਤਾਂ ਰਜਾਈ ਦਾ ਵਰਸਾ ਪੂਰਾ ਪਾ ਨਹੀਂ ਸਕੋਗੇ। ਫਿਰ ਪ੍ਰਜਾ ਵਿੱਚ ਚਲੇ ਜਾਓਗੇ। ਬਾਪ ਆ ਕੇ ਰਜਾਈ ਦਾ ਸੁੱਖ ਦਿੰਦੇ ਹੈ। ਹੋਰ ਕੋਈ ਵੀ ਧਰਮ ਸਥਾਪਕ ਰਾਜਧਾਨੀ ਸਥਾਪਨ ਨਹੀਂ ਕਰਦੇ ਹੈ। ਇਹ ਤਾਂ ਰਾਜਧਾਨੀ ਸਥਾਪਨ ਕਰ ਰਹੇ ਹੈ ਗੁਪਤ ਵੇਸ਼ ਵਿੱਚ। ਕਿਸੇ ਨੂੰ ਪਤਾ ਨਹੀਂ ਹੈ ਕਿ ਸਤਜੁਗ ਵਿੱਚ ਲక్ష్ਮੀ ਨਾਰਾਇਣ ਦੀ ਰਾਜਧਾਨੀ ਕਿਵੇਂ ਸਥਾਪਨ ਹੋਈ। ਸਰੀਰਧਾਰੀ ਦੇਵਤਾ ਕਿੱਥੋਂ ਤੋਂ ਆਏ, ਜਦੋਂ ਕਿ ਕਲਯੁਗ ਵਿੱਚ ਆਸੁਰ ਹੈ। ਅਸੁਰਾਂ ਅਤੇ ਦੇਵਤਾਂ ਦੀ ਲੜਾਈ ਤੇ ਚੱਲੀ ਨਹੀਂ ਹੈ। ਨਾ ਲੜਾਈ ਦੀ ਗੱਲ ਹੈ, ਨਾ ਵਿਕਾਰ ਦੀ ਕਟਾਰੀ ਚਲਦੀ ਹੈ। ਫਿਰ ਕਿਉਂ ਵਿਖਾਉਂਦੇ ਹੈ ਕਿ ਲੜਾਈ ਲੱਗੀ। ਮੂੰਝ ਗਏ ਹੈ, ਸ੍ਰਿਸ਼ਟੀ ਤੇ ਉਹੀ ਹੈ। ਫਿਰ ਸਿਰਫ ਸਮਾਨ ਬਦਲਦਾ ਹੈ। ਇਹ ਹੈ ਬੇਹੱਦ ਦਾ ਦਿਨ, ਬੇਹੱਦ ਦੀ ਰਾਤ। ਸਤਜੁਗ ਤ੍ਰੇਤਾ ਨੂੰ ਦਿਨ ਕਿਹਾ ਜਾਂਦਾ ਹੈ। ਉੱਥੇ ਤਾਂ ਲੜਾਈ ਹੁੰਦੀ ਨਹੀਂ, ਪਰੰਤੂ ਉਹ ਰਾਜਧਾਨੀ ਉਹਨਾਂ ਨੂੰ ਕਿਵੇਂ ਮਿਲੀ। ਕਲਯੁਗ ਵਿੱਚ ਤੇ ਰਾਜਧਾਨੀ ਹੈ ਨਹੀਂ। ਕਹਿੰਦੇ ਹੈ ਬਾਬਾ ਵੰਡਰਫੁਲ ਹੈ ਤੁਹਾਡੀ ਸਥਾਪਨਾ ਦਾ ਕਰਤੱਵ। ਇੰਨੇ ਬੱਚਿਆਂ ਨੂੰ ਸੁਖੀ ਬਣਾਉਂਦੇ ਹੈ। ਬਾਕੀ ਹਾਂ ਆਪਣੇ ਆਪਣੇ ਪੁਰਸ਼ਾਰਥ ਅਨੁਸਾਰ ਉੱਚ ਪਦਵੀ ਪਾ ਸਕਦੇ ਹੈ। ਤੁਸੀਂ ਜਾਣਦੇ ਹੋ 5000 ਵਰੇ ਬਾਅਦ ਪਰਮ ਪਿਤਾ ਪਰਮਾਤਮਾ ਆਉਂਦੇ ਹੈ। ਭਾਵੇਂ ਕਰਕੇ ਕੋਈ ਪ੍ਰਭੂ ਕੋਈ ਗੋਡ ਕਹਿੰਦੇ ਹੈ, ਪਿਤਾ ਤੇ ਹੈ ਨਾ। ਪਿਤਾ ਕਹਿਣਾ ਕਿੰਨਾ ਚੰਗਾ ਹੈ, ਈਸ਼ਵਰ ਸਾਡਾ ਪਿਤਾ ਹੈ। ਸਿਰਫ ਪ੍ਰਭੂ ਕਹਿਣ ਨਾਲ ਇੰਨਾ ਮਜ਼ਾ ਨਹੀਂ ਆਵੇਗਾ। ਗੋਡ ਕਹਿਣ ਨਾਲ ਸਰਵਿਆਪੀ ਸਮਝ ਲੈਂਦੇ ਹੈ। ਫਾਦਰ ਕਿਹਾ ਜਾਂਦਾ ਹੈ, ਸਰਵਿਆਪੀ ਕਹਿ ਨਹੀਂ ਸਕਦੇ। ਅਸੀਂ ਤੁਸੀਂ ਆਤਮਾਵਾਂ ਸੁਣ ਰਹੀਆਂ ਹੈ, ਸਮਝਦੀਆਂ ਹੈ ਸਾਡਾ ਬਾਬਾ ਆਇਆ ਹੋਇਆ ਹੈ, ਸਾਨੂੰ ਯੋਗ ਨਾਲ ਪਵਿੱਤਰ ਬਣਾ ਰਹੇ ਹੈ। ਤਾਂ ਬਾਪ ਟੀਚਰ ਸਤਿਗੁਰੂ ਨੂੰ ਯਾਦ ਕਰਨਾ ਪਏ। ਇੱਥੇ ਬੱਚਿਆਂ ਨੂੰ ਵਾਸਨਾ ਆਉਂਦੀ ਹੈ ਸਮੁਖ ਰਹਿਣ ਨਾਲ। ਅਸੀਂ ਤਾਂ ਆਤਮਾ ਹਾਂ, ਇਸ ਸਰੀਰ ਨਾਲ ਪਾਠ ਵਜਾਉਂਦੇ ਹਾਂ। ਬਾਬਾ ਸਾਨੂੰ ਲੈਣ ਆਏ ਹੈ। ਅਸੀਂ ਪੁਰਸ਼ਾਰਥ ਕਰਦੇ ਹਾਂ, ਬਾਬਾ ਨਾਲ ਯੋਗ ਲਗਾਏ, ਬਾਬਾ ਨੂੰ ਯਾਦ ਕਰਦੇ ਕਰਦੇ ਬਾਬਾ ਦੇ ਕੋਲ ਚਲੇ ਜਾਵਾਂਗੇ। ਕੋਈ ਸੰਨਿਆਸੀ ਜੋ ਬਹੁਤ ਉੱਤਮ ਹੁੰਦੇ ਹੈ ਤਾਂ ਉਹ ਵੀ ਉਵੇਂ ਬੈਠੇ ਬੈਠੇ ਸਰੀਰ ਛੱਡ ਦਿੰਦੇ ਹੈ। ਸਮਝਦੇ ਆ ਅਸੀਂ ਆਤਮਾ ਜਾ ਕੇ ਬ੍ਰਹਮ ਵਿੱਚ ਲੀਨ ਹੋ ਜਾਵਾਂਗੀ। ਸਭ ਮੋਕਸ਼ ਅਤੇ ਮੁਕਤੀ ਦੇ ਲਈ ਹੈ ਹੀ ਪੁਰਸ਼ਾਰਥ ਕਰਦੇ ਹੈ।
ਕਿਉਂਕਿ ਸੰਸਾਰ ਵਿੱਚ ਬਹੁਤ ਦੁੱਖ ਹੈ, ਇਸ ਲਈ ਮੋਕਸ਼ ਜਾਂ ਮੁਕਤੀ ਚਾਹੁੰਦੇ ਹੈ। ਉਹਨਾਂ ਨੂੰ ਇਹ ਪਤਾ ਨਹੀਂ ਰਹਿੰਦਾ ਕਿ ਦੁਨੀਆ ਦਾ ਚੱਕਰ ਫਿਰਦਾ ਹੈ। ਸਾਡਾ ਪਾਠ ਜ਼ਰੂਰ ਅਵਿਨਾਸ਼ੀ ਹੋਣਾ ਚਾਹੀਦਾ ਹੈ। ਤੁਹਾਡੀ ਬੁੱਧੀ ਜਿੰਨ ਮਿਸਲ ਹੋਣੀ ਚਾਹੀਦੀ ਹੈ। ਜਿੰਨ ਦੀ ਕਹਾਣੀ ਕਹਿੰਦੇ ਹੈ ਨਾ, ਬੋਲਾ ਮੈਨੂੰ ਕੰਮ ਦਵੋ ਨਹੀਂ ਤਾਂ ਖਾ ਜਾਵਾਂਗਾ। ਫਿਰ ਉਸ ਨੂੰ ਕੰਮ ਦਿੱਤਾ, ਪੌੜੀ ਚੜੋ ਅਤੇ ਉਤਰੋ। ਤੁਹਾਨੂੰ ਵੀ ਬਾਪ ਕਹਿੰਦੇ ਹੈ ਮੇਰੇ ਨਾਲ ਬੁੱਧੀ ਜੋਗ ਲਗਾਓ, ਨਹੀਂ ਤੇ ਮਾਇਆ ਜਿੰਨ ਖਾ ਜਾਵੇਗੀ। ਮਾਇਆ ਹੈ ਜਿੰਨ, ਜੋਗ ਲਗਾਉਣਾ ਨਹੀਂ ਦਿੰਦੀ ਹੈ। ਚੰਗੇ ਚੰਗੇ ਪਹਿਲਵਾਨ ਬਹਾਦਰ ਨੂੰ ਵੀ ਮਾਇਆ ਕੱਚਾ ਖਾ ਜਾਂਦੀ ਹੈ। ਤੁਸੀਂ ਜਾਣਦੇ ਹੋ ਬਾਬਾ ਸਿਖਾਉਣ ਆਇਆ ਹੋਇਆ ਹੈ। ਕਹਿੰਦੇ ਹੈ ਬੱਚੇ ਹੁਣ ਸਾਹਮਣੇ ਆਇਆ ਹਾਂ, ਮੈਨੂੰ ਹੁਣ ਯਾਦ ਕਰੋ, ਨਹੀਂ ਤਾਂ ਮਾਇਆ ਜਿੰਨ ਖਾ ਜਾਵੇਗੀ। ਇਹ ਕੰਮ ਦਿੱਤਾ ਜਾਂਦਾ ਹੈ ਤੁਹਾਡੇ ਹੀ ਕਲਿਆਣ ਦੇ ਲਈ। ਤੁਸੀਂ ਵਿਸ਼ਵ ਦੇ ਮਾਲਿਕ ਬਣ ਜਾਓਗੇ। ਆਪਣੇ ਨੂੰ ਆਤਮਾ ਸਮਝ ਸਰੀਰ ਦਾ ਭਾਨ ਛੱਡ ਦੇਣਾ ਹੈ। ਸੰਨਿਆਸੀ ਮਾਨਾ ਦੇਹ ਸਹਿਤ ਸਭ ਸੰਨਿਆਸ। ਬਾਕੀ ਆਪਣੇ ਨੂੰ ਆਤਮਾ ਸਮਝਣਾ ਹੈ। ਤੁਸੀਂ ਜਾਣਦੇ ਹੋ ਗਿਆਨ ਅਤੇ ਯੋਗ ਬਲ ਨਾਲ ਬਾਬਾ ਸਾਨੂੰ ਸੋ ਦੇਵੀ ਦੇਵਤਾ ਬਣਾਉਂਦੇ ਹੈ। ਰਜਾਈ ਸਥਾਪਨ ਹੋ ਰਹੀ ਹੈ। ਇਹ ਰਾਜਯੋਗ ਹੈ। ਇਹ ਗੱਲਾਂ ਸ਼ਾਸਤਰਾਂ ਵਿੱਚ ਨਹੀਂ ਹੈ। ਪਾਂਡਵ ਇੰਨਾ ਰਾਜਯੋਗ ਸਿੱਖੇ ਫਿਰ ਕੀ ਹੋਇਆ, ਬਸ ਜਾ ਕੇ ਪਹਾੜਾਂ ਤੇ ਗਲ ਮਰੇ। ਫਿਰ ਕਿਵੇਂ ਪਤਾ ਪਏ ਕਿ ਰਜਾਈ ਕਿਵੇਂ ਸਥਾਪਨ ਹੋਈ। ਹੁਣ ਇਹਨਾਂ ਗੱਲਾਂ ਨੂੰ ਤੁਸੀਂ ਸਮਝ ਸਕਦੇ ਹੋ। ਬਾਬਾ ਕਹਿੰਦੇ ਹੈ ਹੁਣ ਮੈਨੂੰ ਯਾਦ ਕਰੋ ਅਤੇ ਟਰਸਟੀ ਬਣ ਕੇ ਸ਼੍ਰੀਮਤ ਤੇ ਚਲੋ। ਹਰ ਗੱਲ ਵਿੱਚ ਸਲਾਹ ਲੈਂਦੇ ਰਹੋ। ਬੱਚਿਆਂ ਆਦਿ ਦੀ ਸ਼ਾਦੀ ਕਰਾਉਣੀ ਹੈ, ਮਨਾ ਥੋੜੀ ਹੀ ਕਰਦੇ ਹੈ। ਹਰ ਇੱਕ ਦਾ ਹਿਸਾਬ ਕਿਤਾਬ ਵੱਖ ਹੈ। ਜਿਵੇਂ ਜਿਵੇਂ ਜੋ ਬੱਚੇ ਹੈ ਉਹਨਾਂ ਦਾ ਹਿਸਾਬ ਦੇਖ ਰਾਏ ਦਿੱਤੀ ਜਾਂਦੀ ਹੈ। ਕਹਿਣਗੇ ਬੱਚਿਆਂ ਦੀ ਸ਼ਾਦੀ ਕਰਾਉਣੀ ਹੈ, ਭਾਵੇਂ ਕਰੋ। ਪੈਸਾ ਤੁਹਾਡੇ ਕੋਲ ਹੈ ਤਾਂ ਮਕਾਨ ਭਾਵੇਂ ਬਣਾਓ, ਮਨਾ ਨਹੀਂ ਹੈ। ਮਕਾਨ ਆਦਿ ਬਣਾ ਕੇ ਬੱਚਿਆਂ ਦੀ ਸ਼ਾਦੀ ਆਦਿ ਕਰਵਾ ਕੇ ਹਿਸਾਬ ਚੁਕਤੂ ਕਰੋ। ਹੁਣ ਸਮਝਦੇ ਹੈ ਕੌਣ ਚੰਗੀ ਪਦਵੀ ਪਾ ਸਕਦੇ ਹੈ, ਕਿੰਨਾ ਡਿਫਿਕਲਟ ਹੈ। ਇਸ ਵਿੱਚ ਬੜੀ ਦੂਰਾਦੇਸ਼ੀ ਬੁੱਧੀ ਚਾਹੀਦੀ ਹੈ। ਰਜਾਈ ਪਾਉਣੀ ਹੈ, ਘੱਟ ਗੱਲ ਥੋੜੀ ਨਾ ਹੈ। ਜਦੋਂ ਤੱਕ ਕੰਮ ਖਲਾਸ ਹੋ ਜਾਵੇ ਬੱਚਿਆਂ ਆਦਿ ਦਾ ਹਿਸਾਬ ਚੁਕਤੂ ਕਰ ਛੁੱਟੀ ਕਰੋ। ਕਿਸੇ ਨਾਲ ਹਿਸਾਬ ਹੈ ਕਰਨਾ ਹੈ ਤਾਂ ਉਹ ਪਹਿਲੇ ਉਤਾਰੋ। ਇਹ ਵੀ ਸਮਝਣ ਦੀ ਗੱਲ ਹੈ। ਕੰਨਿਆ ਨੂੰ ਕੋਈ ਬੋਝਾ ਨਹੀਂ ਹੁੰਦਾ ਹੈ। ਕ੍ਰੀਏਟਰ ਨੂੰ ਸਭ ਕੰਮ ਖਲਾਸ ਕਰਨਾ ਹੈ, ਫਿਰ ਬਾਬਾ ਵਾਪਿਸ ਬਣਾ ਸਕੇ। ਮਾਇਆ ਵੀ ਚੰਗੀ ਤਰ੍ਹਾਂ ਖਟਕਾਏਗੀ। ਪਰੰਤੂ ਤੁਸੀਂ ਇਹ ਵੀ ਸਮਝਦੇ ਹੋ ਬਾਬਾ ਤੇ ਬਹੁਤ ਮਿੱਠਾ ਹੈ, ਸਭ ਨੂੰ ਪਵਿੱਤਰ ਬਣਾਏ ਵਾਪਿਸ ਲੈਣ ਆਏ ਹੈ। ਅਜਿਹੇ ਬਾਪ ਨਾਲ ਤੇ ਬਹੁਤ ਲਵ ਹੋਣਾ ਚਾਹੀਦਾ ਹੈ। ਮਿੱਠੀ ਚੀਜ਼ ਹੈ ਨਾ। ਸਤਯੁਗ ਵਿੱਚ ਅਪਾਰ ਸੁੱਖ ਹੈ, ਇਸ ਲਈ ਸਵਰਗ ਨੂੰ ਸਭ ਯਾਦ ਕਰਦੇ ਹੈ। ਕੋਈ ਮਰਦਾ ਹੈ ਤਾਂ ਕਹਿੰਦੇ ਹੈ ਸਵਰਗ ਪਧਾਰਿਆ। ਕਿੰਨਾ ਮਿੱਠਾ ਨਾਮ ਹੈ। ਸੋ ਪਾਸਟ ਹੋ ਜਾਂਦਾ ਹੈ, ਉਸ ਦਾ ਫਿਰ ਭਗਤੀ ਮਾਰਗ ਵਿੱਚ ਨਾਮ ਵਾਲਾ ਰਹਿੰਦਾ ਹੈ। ਸਤਯੁਗ ਤ੍ਰੇਤਾ ਵਿੱਚ ਇਹ ਗੱਲਾਂ ਨਹੀਂ ਹੁੰਦੀਆਂ ਤਾਂ ਬਾਬਾ ਨੇ ਜਿੰਨ ਦਾ ਨਾਮ ਦੇ ਦਿੱਤਾ ਹੈ। ਆਪਣੇ ਨੂੰ ਆਤਮਾ ਸਮਝ ਮੈਨੂੰ ਯਾਦ ਕਰੋ, ਨਹੀਂ ਤੇ ਮਾਇਆ ਰੂਪੀ ਜਿੰਨ ਤੁਹਾਨੂੰ ਖਾ ਜਾਵੇਗਾ। ਯਾਦ ਕਰਨਾ ਪਵੇ। ਆਤਮਾ ਨਿਸ਼ਚੈ ਕਰ ਬਾਪ ਨੂੰ ਯਾਦ ਕਰਨਾ ਹੈ। ਹਾਂ, ਸਰੀਰ ਨਿਰਵਾਹ ਅਰਥ ਕਰਮ ਤਾਂ ਕਰਨਾ ਹੀ ਹੈ। 8 ਘੰਟਾ ਆਪਣੇ ਪੁਰਸ਼ਾਰਥ ਦੇ ਲਈ ਵੀ ਨਿਕਾਲੋ। ਆਪਣੇ ਨੂੰ ਇਵੇਂ ਸਮਝੋ ਬਸ ਅਸੀਂ ਬਾਬਾ ਦੇ ਬਣ ਗਏ। ਇਹ ਸਰੀਰ ਤੇ ਪੁਰਾਣਾ ਹੈ, ਇਸ ਤੋਂ ਮਮਤਵ ਮਿਟ ਜਾਣਾ ਹੈ। ਮਿਟਦੇ ਯਾਦ ਕਰਦੇ ਕਰਦੇ ਜੇਕਰ ਕਿਸੇ ਦਾ ਮਮਤਵ ਰਹਿ ਗਿਆ ਤਾਂ ਰਾਜ ਭਾਗ ਪਾ ਨਹੀਂ ਸਕਣਗੇ। ਵਿਸ਼ਵ ਦਾ ਮਾਲਿਕ ਬਣਨ ਵਿੱਚ ਮਿਹਨਤ ਚਾਹੀਦੀ ਹੈ। ਬਾਬਾ ਆਇਆ ਹੋਇਆ ਹੈ ਦੁੱਖ ਧਾਮ ਤੋਂ ਲਿਬਰੇਟ ਕਰ ਲੈ ਜਾਣ ਦੇ ਲਈ। ਇਸ ਲਈ ਉਹਨਾਂ ਨੂੰ ਲਿਬਰੇਟਰ ਅਤੇ ਗਾਈਡ ਪਤਿਤ ਪਾਵਨ ਕਹਿੰਦੇ ਹੈ। ਪੰਡਾ ਵੀ ਹੈ ਸਮਝਾਉਣਾ। ਰਾਵਣ ਰਾਜ ਦਾ ਵਿਨਾਸ਼ ਅਤੇ ਰਾਮ ਰਾਜ ਦੀ ਸਥਾਪਨਾ ਕਰਨ ਬਾਪ ਨੂੰ ਆਉਣਾ ਪੈਂਦਾ ਹੈ। ਉਹੀ ਸ਼ਾਂਤੀ ਦੀ ਸਥਾਪਨਾ ਕਰਦੇ ਹੈ। ਉਹਨਾਂ ਦੇ ਜੋ ਮਦਦਗਾਰ ਬੰਦੇ ਹੈ ਉਹਨਾਂ ਨੂੰ ਪੀਸ ਪ੍ਰਾਈਜ਼ ਮਿਲਦੀ ਹੈ। ਪੀਸ ਸਥਾਪਨ ਕਰਨ ਵਾਲੇ ਹੀ ਪੀਸਫੁਲ ਰਾਜ ਦਿੰਦੇ ਹੈ। ਉਹੀ ਮੋਸਟ ਬਿਲਵਡ ਬਾਬਾ ਹੈ ਜੋ ਸਾਨੂੰ ਕਲਪ ਕਲਪ ਵਰਸਾ ਦਿੰਦੇ ਹੈ। ਜਿੰਨਾ ਸ਼੍ਰੀਮਤ ਤੇ ਚੱਲੋਗੇ ਤਾਂ ਸ੍ਰੇਸ਼ਟ ਬਣੋਗੇ। ਤੁਸੀਂ ਜਾਣਦੇ ਹੋ ਸ਼੍ਰੀ ਤੋਂ ਅਸੀਂ ਸ਼੍ਰੀ ਲక్ష్ਮੀ ਸ਼੍ਰੀ ਨਾਰਾਇਣ ਬੰਦੇ ਹਾਂ। 21 ਜਨਮਾਂ ਦੇ ਲਈ ਸੂਰਜਵੰਸ਼ੀ ਚੰਦਰਵੰਸ਼ੀ ਰਾਜਧਾਨੀ ਸਥਾਪਨ ਹੋ ਰਹੀ ਹੈ। ਅੱਛਾ,
ਮਿੱਠੇ ਮਿੱਠੇ ਸਿਕਿਲ ਦੇ ਬੱਚਿਆਂ ਪ੍ਰਤੀ ਮਾਤਾ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁੱਡ ਮਾਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ। ਧਾਰਨਾ ਲਈ ਮੁੱਖ ਸਾਰ ਨੰਬਰ 1 ਪਰ ਦੂਰਾਦੇਸ਼ੀ ਬਣ ਕਰਮ ਬੰਧਨ ਨੂੰ ਖਤਮ ਕਰਨਾ ਹੈ। ਕੋਈ ਵੀ ਹਿਸਾਬ ਕਿਤਾਬ ਹੈ, ਕਰਜ਼ਾ ਹੈ ਤਾਂ ਉਸ ਨੂੰ ਉਤਾਰ ਹਲਕਾ ਬਣ ਵਾਰਿਸ ਬਣ ਜਾਣਾ ਹੈ। ਨੰਬਰ 2 ਕਰਮ ਜੋਗੀ ਬਣ ਕਰਮ ਵੀ ਕਰਨਾ ਹੈ, ਨਾਲ ਨਾਲ 8 ਘੰਟੇ ਖੁਦ ਦੇ ਪੁਰਸ਼ਾਰਥ ਵਿੱਚ ਦੇਣਾ ਹੈ। ਸਭ ਤੋਂ ਮਹੱਤਵ ਜ਼ਰੂਰ ਮਿਟਾਉਣਾ ਹੈ। ਵਰਦਾਨ ਹੈ ਅੱਜ ਦਾ, ਪ੍ਰਵਿਰਤੀ ਵਿੱਚ ਰਹਿੰਦੇ ਵੀ ਇਸ ਸਮਰਪਿਤ ਹੋਇਆ ਸੇਵਾ ਦੀ ਧੁਨ ਵਿੱਚ ਰਹਿਣ ਵਾਲੇ ਬਾਪ ਦਾਦਾ ਦੇ ਦਿਲ ਤਖਤ ਨਸ਼ੀਨ ਭਵ। ਪ੍ਰਵਿਰਤੀ ਵਿੱਚ ਰਹਿੰਦੇ ਵੀ ਸਮਰਪਿਤ ਹੈ ਸੇਵਾ ਦੀ ਧੁਨ ਵਿੱਚ ਰਹਿਣ ਵਾਲੇ ਬਾਪ ਦਾਦਾ ਦੇ ਦਿਲ ਤਖਤ ਨਸ਼ੀਨ ਭਵ। ਅੱਜ ਬਾਬਾ ਆਖਦੇ ਨੇ, ਜੋ ਬੱਚੇ ਪ੍ਰਵਿਰਤੀ ਵਿੱਚ ਰਹਿੰਦੇ ਵੀ ਸਮਰਪਿਤ ਹੈ, ਉਹਨਾਂ ਦੇ ਸਹਿਯੋਗ ਨਾਲ ਸੇਵਾ ਦਾ ਬ੍ਰਿਖ ਫਲੀਭੂਤ ਹੋ ਜਾਂਦਾ ਹੈ। ਉਹਨਾਂ ਦਾ ਸਹਿਯੋਗ ਹੀ ਬ੍ਰਿਖ ਦਾ ਪਾਣੀ ਬਣ ਜਾਂਦਾ ਹੈ। ਜਿਵੇਂ ਬ੍ਰਿਖ ਨੂੰ ਪਾਣੀ ਮਿਲਣ ਨਾਲ ਚੰਗਾ ਫਲ ਨਿਕਲਦਾ ਹੈ, ਉਵੇਂ ਸ੍ਰੇਸ਼ਟ ਸਹਿਯੋਗੀ ਆਤਮਾਵਾਂ ਦੇ ਸਹਿਯੋਗ ਨਾਲ ਬ੍ਰਿਖ ਫਲੀਭੂਤ ਹੁੰਦਾ ਹੈ। ਇਵੇਂ ਸੇਵਾ ਦੀ ਧੁਨ ਵਿੱਚ ਸਦਾ ਰਹਿਣ ਵਾਲੇ ਪ੍ਰਵਿਰਤੀ ਵਿੱਚ ਰਹਿੰਦੇ ਸਮਰਪਿਤ ਹੋ ਚੱਲਣ ਵਾਲੇ ਬੱਚੇ ਬਾਪ ਦਾਦਾ ਦੇ ਦਿਲ ਤਖਤ ਨਸ਼ੀਨ ਬਣਦੇ ਹੈ। ਸਲੋਗਨ ਅੱਜ ਦਾ, ਘੱਟ ਤੋਂ ਘੱਟ ਸਮੇਂ ਵਿੱਚ ਸੰਕਲਪਾਂ ਨੂੰ ਮੋੜਨ ਅਤੇ ਬ੍ਰੇਕ ਲਗਾਉਣ ਦੀ ਯੁਕਤੀ ਸਿੱਖ ਲਵੋ ਤਾਂ ਬੁੱਧੀ ਦੀ ਸ਼ਕਤੀ ਵਿਅਰਥ ਨਹੀਂ ਜਾ ਸਕਦੀ। ਘੱਟ ਤੋਂ ਘੱਟ ਸਮੇਂ ਵਿੱਚ ਸੰਕਲਪਾਂ ਨੂੰ ਮੋੜਨ ਅਤੇ ਬ੍ਰੇਕ ਲਗਾਉਣ ਦੀ ਯੁਕਤੀ ਸਿੱਖ ਲਵੋ ਤਾਂ ਬੁੱਧੀ ਦੀ ਸ਼ਕਤੀ ਵਿਅਰਥ ਜਾ ਨਹੀਂ ਸਕਦੀ। ਅੱਛਾ, ਓਮ ਸ਼ਾਂਤੀ।